मतलब ਇੱਕੋ ਹੀ ਆਸ ਲੈ ਕੇ ਬੈਠੇ ਹੋਏ ਆ ਕਿ ਕਦ ਸਾਡੇ ਵੀਰ ਘਰੇ ਆਉਣ। ਸਾਡੇ ਵੀਰਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾਵਾਂ ਕੱਟ ਚੁੱਕੇ ਨੇ। ਫਾਂਸੀ ਕੋਠੀ ਵਿੱਚ ਮੇਰੇ ਵੀਰ 15 ਸਾਲਾਂ ਤੋਂ ਬੈਠੇ ਨੇ। 28 ਸਾਲ ਹੋ ਗਏ ਪਟਿਆਲਾ ਜੇਲ੍ਹ ਦੇ ਵਿੱਚ। ਮਾਨ ਸਾਹਿਬ ਦੀ ਇੱਕ ਵੀ ਕੋਈ ਮੁਲਾਕਾਤ ਕੀਤੀ ਹੋਵੇ, ਕਦੇ ਸਾਡੇ ਪਰਿਵਾਰਾਂ ਦਾ ਹਾਲ ਵੀ ਨਹੀਂ ਪੁੱਛਿਆ। ਕੱਲੇ ਵੀਰ ਜੀ ਰਾਜੋਆਣਾ ਜੀ ਨੇ ਕਿਸੇ ਹੋਰ ਬੰਦੀ ਸਿੰਘ ਨਾਲ ਹੀ ਮੁਲਾਕਾਤ ਕੀਤੀ ਹੋਵੇ। 6 ਵਾਰ ਦੇ ਹੁਕਮਾਂ ਦੇ ਬਾਅਦ ਵੀ, ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਵੀ ਕੇਂਦਰ ਸਰਕਾਰ ਨੇ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ। ਵੀਰ ਜੀ ਰਾਜੋਆਣਾ ਜੀ ਦੇ ਕੇਸ ਦਾ ਫੈਸਲਾ ਨਹੀਂ ਕੀਤਾ ਸੀ। ਮਾਨ ਸਾਹਿਬ ਜੀ ਨੂੰ ਤਾਂ ਉਦੋਂ ਵੀ ਫਿਰ ਬੰਦੀ ਸਿੰਘਾਂ ਦੇ ਨਾਲ ਹਮਦਰਦੀ ਨਹੀਂ। ਚਲੋ ਰਾਜਨੀਤੀ ਕਰਦੇ ਮਾਨ ਸਾਹਿਬ ਜੀ, ਤੁਸੀਂ ਰਾਜਨੀਤੀ ਹੋਈ ਕਰ ਲਓ, ਤੁਸੀਂ ਬੰਦੀ ਸਿੰਘਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਮੰਨੋ। ਸਾਰੇ ਸਾਥ ਦੇਣ, ਕਿਉਂਕਿ ਜਿਹੜੇ ਸਾਡੇ ਸਾਰੇ ਧਰਮ ਨੇ ਉਹ ਸਾਨੂੰ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਉਂਦੇ ਨੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਤਾਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਹਰ ਇੱਕ ਪਾਰਟੀ ਪੱਬਾਂ ਭਾਰ ਹੈ ਤੇ ਸੰਗਰੂਰ ਫਤਿਹ ਕਰਨ ਦੀ ਪੂਰੀ ਜ਼ੋਰ ਜਿਹੜਾ ਹੈਗਾ ਪੂਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਲਾਇਆ ਜਾ ਰਿਹਾ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸਾਡੇ ਨਾਲ ਕਮਲਦੀਪ ਕੌਰ ਰਾਜੋਆਣਾ ਜੀ ਹੈਗੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਪਹਿਲਾ ਸਵਾਲ ਤਾਂ ਇਹੀ ਹੈ, ਚੁਣੌਤੀ ਕੀ ਲੈ ਕੇ ਚੱਲ ਰਹੇ ਹੋ? ਬੰਦੀ ਸਿੰਘਾਂ ਦੀ ਰਿਹਾਈ। ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਅਸੀਂ ਇੰਨੇ ਲੰਬੇ ਸਮੇਂ ਤੋਂ ਲੜ ਰਹੇ ਹਾਂ। ਸਾਰੀਆਂ ਧਾਰਮਿਕ, ਸਾਰੀਆਂ ਪੰਥਕ ਧਿਰਾਂ ਲੜ ਰਹੀਆਂ ਨੇ ਤੇ ਅਸੀਂ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਆ, ਅਸੀਂ ਤਾਂ 28 ਸਾਲਾਂ ਤੋਂ 30 ਸਾਲਾਂ ਤੋਂ ਸਾਰੇ ਮਤਲਬ ਇੱਕੋ ਹੀ ਆਸ ਲੈ ਕੇ ਬੈਠੇ ਹੋਏ ਆ ਕਿ ਕਦ ਸਾਡੇ ਵੀਰ ਘਰੇ ਆਉਣ, ਕਿਉਂਕਿ ਸਾਡੇ ਵੀਰਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾਵਾਂ ਕੱਟ ਚੁੱਕੇ ਨੇ। ਤੇ ਸਾਡੀ ਤਾਂ ਇੱਕ ਕੋਸ਼ਿਸ਼ ਆ ਕਿ ਅਸੀਂ ਮਤਲਬ ਆਪਣੀ ਕੌਮ ਨੂੰ ਜਗਾ ਸਕੀਏ, ਆਪਣੀ ਕੌਮ ਨੂੰ ਅਸੀਂ ਜੇਕਰ ਉਠਾ ਸਕੀਏ ਕਿ ਉਹ ਸਾਰੇ ਸਾਡੇ ਨਾਲ ਆਉਣ, ਕਿਉਂਕਿ ਬੰਦੀ ਸਿੰਘਾਂ ਨੇ ਕੋਈ ਵੀ ਆਪਣੇ ਨਿਜ ਲਈ ਨਹੀਂ ਸੀ ਕੀਤਾ ਤੇ ਜੋ ਕੁਝ ਵੀ ਕੀਤਾ ਸੀ ਨਾ ਹੀ ਉਹ ਕਿਸੇ ਧਰਮ, ਜਾਤ ਜਾਂ ਫਿਰਕੇ ਦੇ ਖਿਲਾਫ ਸੀਗਾ। ਉਹ ਤਾਂ ਸਾਡੇ ਗੁਰੂ ਸਾਹਿਬਾਨਾਂ ਦੇ ਆਦੇਸ਼ ਅਨੁਸਾਰ ਜ਼ਬਰ ਜ਼ੁਲਮ ਦੇ ਖਿਲਾਫ ਸੀਗਾ। ਤੇ ਅਸੀਂ ਤਾਂ ਆਪਣੇ ਲੋਕਾਂ ਕੋਲੇ, ਆਪਣੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਕੋਲੇ ਇਹੀ ਸੋਚ ਲੈ ਕੇ ਜਾ ਰਹੇ ਹਾਂ ਕਿ ਇਹ ਜਿਹੜੀ ਬੇਇਨਸਾਫੀ ਸਾਡੇ ਬੰਦੀ ਸਿੰਘਾਂ ਨਾਲ ਹੋ ਰਹੀ ਆ, ਸਾਰੇ ਸਾਥ ਦੇਣ, ਕਿਉਂਕਿ ਜਿਹੜੇ ਸਾਡੇ ਸਾਰੇ ਧਰਮ ਨੇ ਉਹ ਸਾਨੂੰ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਉਂਦੇ ਨੇ। ਤੇ ਅਸੀਂ ਤਾਂ ਸਾਰੇ ਧਰਮਾਂ ਵਰਗਾਂ ਤੋਂ, ਸਾਰਿਆਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਇਸ ਬੇਇਨਸਾਫੀ ਦੇ ਖਿਲਾਫ ਉਹ ਸਾਡਾ ਸਾਥ ਦੇਣ, ਤਾਂ ਕਿ ਜਿਹੜੀ ਸਾਡੇ ਉਹਨਾਂ ਦੀ ਬੰਦੀ ਸਿੰਘ ਵੀਰਾਂ ਦੀ ਆਵਾਜ਼ ਆ ਦਿੱਲੀ ਤੱਕ ਪਹੁੰਚਦੀ ਕਰ ਸਕੀਏ। ਬੀਬੀ ਜੀ, ਡੋਰ ਟੂ ਡੋਰ ਤੁਸੀਂ ਹੁਣ ਕੰਪੇਨ ਕਰ ਰਹੇ ਹੋ, ਬੰਦੀ ਸਿੰਘਾਂ ਦੀ ਰਿਹਾਈ ਤੁਹਾਡਾ ਮੁੱਦਾ ਹੈਗਾ, ਇਸ ਤੋਂ ਇਲਾਵਾ ਹੋਰ ਵੀ ਕੋਈ ਤੁਹਾਡਾ ਏਜੰਡਾ ਲੈ ਕੇ ਤੁਸੀਂ ਨਾਲ ਚੱਲ ਰਹੇ ਹੋ? ਕਿਉਂਕਿ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਹੈਗੇ ਨੇ ਜੋ ਲੋਕ ਸਭਾ 'ਚ ਉੱਠਣੇ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵੀ ਬਹੁਤ ਸਾਰੇ ਮੁੱਦੇ ਨੇ, ਸੰਗਰੂਰ ਵਾਸੀਆਂ ਦੇ ਵੀ ਬਹੁਤ ਜ਼ਿਆਦਾ ਮੁੱਦੇ ਨੇ, ਸਿੱਖ ਕੌਮ ਦੇ ਵੀ ਬਹੁਤ ਮੁੱਦੇ ਨੇ। ਤੇ ਮਤਲਬ ਸਾਡੀ ਤਾਂ ਕੋਸ਼ਿਸ਼ ਰਹੂਗੀ, ਇੱਕ ਤਾਂ ਇਹ ਆ ਕਿ ਮੈਂ ਤਾਂ ਕੋਈ ਰਾਜਨੀਤਿਕ ਨਹੀਂ ਹੈ ਕਿ ਮੈਂ ਮਤਲਬ ਕਿ ਜਿਹੜਾ ਮੇਨ ਮੁੱਦਾ ਲੈ ਕੇ ਚੱਲ ਰਹੀ ਹਾਂ, ਮੈਂ ਇਹ ਕਹਿ ਰਹੀ ਹਾਂ ਕਿ ਜੋ ਫਰਜ਼ ਵੀਰ ਜੀ ਉਹਨਾਂ ਨੇ ਕੌਮ ਪ੍ਰਤੀ ਨਿਭਾਏ ਨੇ, ਸਾਰੇ ਪੰਜਾਬ ਦੇ ਲਈ ਨਿਭਾਏ ਨੇ, ਤੇ ਅੱਜ ਕੌਮ ਦਾ ਵੀ ਫਰਜ਼ ਬਣਦਾ ਕਿ ਉਹ ਵੀਰ ਜੀ ਉਹਨਾਂ ਪ੍ਰਤੀ, ਸਾਰੇ ਬੰਦੀ ਸਿੰਘ ਵੀਰਾਂ ਦੇ ਪ੍ਰਤੀ ਆਪਣੇ ਫਰਜ਼ ਨਿਭਾਉਣ। ਤੇ ਜਿੱਥੇ ਅਸੀਂ ਆਪਣੇ ਵੀਰਾਂ ਦੇ ਪ੍ਰਤੀ ਫਰਜ਼ ਨਿਭਾਵਾਂਗੇ, ਬੰਦੀ ਸਿੰਘਾਂ ਦੇ ਪ੍ਰਤੀ ਫਰਜ਼ ਨਿਭਾਵਾਂਗੇ, ਉੱਥੇ ਜੋ ਵੀ ਮਤਲਬ ਸਾਡੇ ਫਰਜ਼ ਹੋਣਗੇ ਲੋਕਾਂ ਦੇ ਪ੍ਰਤੀ, ਮੁੱਦਿਆਂ ਦੇ ਪ੍ਰਤੀ, ਉਹ ਵੀ ਸਾਰੇ ਫਰਜ਼ ਅਸੀਂ ਪੂਰੇ ਜਿਹੜੇ ਹੁਣ ਬੰਦੀ ਸਿੰਘ ਜਿੰਨੇ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਤੁਸੀਂ ਮੁਲਾਕਾਤ ਕਰ ਰਹੇ ਹੋ? ਸਾਰੇ ਬੰਦੀ ਸਿੰਘ ਨਾਲ ਨੇ। ਇਹ ਨਹੀਂ ਹੈਗਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਚੋਂ ਮੈਨੂੰ ਖੜਾ ਕੀਤਾ ਗਿਆ ਸੀ, ਨਹੀਂ। ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਪਤਨੀ ਨੇ ਜੀ ਨਵਨੀਤ ਕੌਰ, ਉਹਨਾਂ ਨੂੰ ਖੜਾ ਕੀਤਾ ਗਿਆ ਸੀ। ਉਹਨਾਂ ਨੇ ਹਾਂ ਵੀ ਕਰਤੀ ਸੀਗੀ, ਪਰ ਫਿਰ ਪਤਾ ਲੱਗਿਆ ਕਿ ਉਹਨਾਂ ਦੇ ਉਹ ਕੈਨੇਡਾ ਦੇ ਸਿਟੀਜ਼ਨ ਨੇ ਤੇ ਇਸ ਕਰਕੇ ਇੱਥੇ ਚੋਣਾਂ ਦੇ ਵਿੱਚ ਖੜੇ ਨਹੀਂ ਹੋ ਸਕਦੇ। ਫਿਰ ਜਿਹੜੇ ਭਾਈ ਹਵਾਰਾ ਜੀ ਨੇ, ਉਹਨਾਂ ਦਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਸੈੱਟ ਆ। ਤੇ ਉਸ ਤੋਂ ਬਾਅਦ ਮਤਲਬ ਕਿ ਮੇਰੇ ਕੋਲ ਆਏ, ਕਿਉਂਕਿ ਸਾਰਿਆਂ ਨੇ ਇਹੀ ਸੋਚ ਵਿਚਾਰ ਕੀਤੀ। ਹੋਰ ਵੀ ਕਈ ਸਿੰਘ ਜਿਹੜੇ ਪੈਰੋਲ ਤੇ ਆਏ ਹੋਏ ਨੇ, ਉਹਨਾਂ ਨੇ ਵੀ, ਸੰਤ ਸਮਾਜ ਹੋ ਗਿਆ, ਬੰਦੀ ਸਿੰਘ ਪਰਿਵਾਰ ਹੋ ਗਏ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਦਾ ਪਰਿਵਾਰ ਹੋ ਗਿਆ, ਹੋਰ ਜਿਹੜੇ ਮਤਲਬ ਬੰਦੀ ਸਿੰਘ ਅੰਦਰ ਬੰਦ ਨੇ, ਉਹਨਾਂ ਦੀ ਆਪਸ 'ਚ ਉਹਨਾਂ ਦੇ ਨਾਲ ਗੱਲਬਾਤ ਹੋਈ ਸਾਰਿਆਂ ਦੀ। ਤਾਂ ਉਹਨਾਂ ਨੇ ਫਿਰ ਮੈਨੂੰ ਕਿਹਾ ਸੀ, ਕਿਉਂਕਿ ਵੀਰ ਜੀ ਨੂੰ ਅੱਜ ਵੀ ਫਾਂਸੀ ਦੀ ਸਜ਼ਾ ਗਈ ਤੇ ਅਸੀਂ 28 ਸਾਲਾਂ ਤੋਂ ਵੀਰ ਜੀ ਦੇ ਨਾਲ ਸੰਘਰਸ਼ ਕਰ ਰਹੇ ਹਾਂ, ਵੀਰ ਜੀ ਨੂੰ ਘਰੇ ਲਿਆਉਣ ਲਈ ਵੀ। ਤੇ ਮੈਂ ਪਹਿਲਾਂ ਜਦੋਂ ਮੇਰੇ ਕੋਲੇ ਸੰਤ ਸਮਾਜ ਦੇ ਬੰਦੀ ਸਿੰਘ ਪਰਿਵਾਰਾਂ ਵੱਲੋਂ ਆਏ ਸੀਗੇ ਤਾਂ ਉਹਨਾਂ ਨੇ ਮੈਨੂੰ ਉਮੀਦਵਾਰ ਐਲਾਨ ਦਿੱਤਾ ਸੀ। ਮੈਂ ਉਸ ਵਕਤ ਵੀ ਉਹਨਾਂ ਨੂੰ ਕਿਹਾ ਸੀ ਕਿ ਮੈਂ ਵੀਰ ਜੀ ਨਾਲ ਗੱਲ ਕਰੂੰਗੀ। ਫਿਰ ਵੀ ਉਹਨਾਂ ਨੇ
ਮੈਂ ਨਾ ਕਰਤੀ ਸੀ ਇੱਕ ਜੀ। ਵਾਰ ਹਾਂਜੀ ਤੁਸੀਂ ਨਾ ਕੀਤੀ ਹਾਂ, ਸੀਗੀ ਮੈਂ ਜੀ। ਅਸਮਰੱਥਾ ਜ਼ਾਹਰ ਕੀਤੀ ਸੀ ਕਿ ਆਜ਼ਾਦ ਤੌਰ ਤੇ ਅਸੀਂ ਚੋਣਾਂ ਨਹੀਂ ਲੜ ਸਕਦੇ, ਕਿਉਂਕਿ ਕਿਸੇ ਵੀ ਬੰਦੀ ਸਿੰਘ ਪਰਿਵਾਰ ਦੀ ਐਸੀ ਹਾਲਤ ਨਹੀਂ ਹੈਗੀ ਕਿ ਚੋਣਾਂ ਲੜ ਸਕੀਏ। ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਏ, ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਹੈ, ਸਾਰੀਆਂ ਪੰਥਕ ਧਿਰਾਂ, ਸੰਤ ਸਮਾਜ ਨੇ, ਹੰਗ ਜਥੇਬੰਦੀਆਂ, ਤੇ ਫਿਰ ਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਵੀਰ ਜੀ ਕੋਲ ਜਾਵਾਂਗੇ। ਤੇ ਫਿਰ ਵੀਰ ਜੀ ਨੇ ਮਤਲਬ ਸਾਨੂੰ ਇਹ ਕਿਹਾ ਸੀਗਾ ਕਿ ਨਹੀਂ, ਆਪਾਂ ਚੋਣਾਂ ਲੜਨੀਆਂ ਨੇ, ਤੇ ਜੇਕਰ ਮਤਲਬ ਕਿ ਸਾਰੀਆਂ ਨਿਹੰਗ ਜਥੇਬੰਦੀਆਂ, ਸੰਤ ਸਮਾਜ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇਣ, ਕਿਉਂਕਿ ਆਜ਼ਾਦ ਤੌਰ ਤੇ ਅਸੀਂ ਸਮਰੱਥ ਨਹੀਂ ਹੈਗੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੈ, ਉਹਨਾਂ ਕੋਲ ਇੱਕ ਕੈਡਰ ਹੈ, ਆਪਣਾ ਇੱਕ ਢਾਂਚਾ ਗਾ, ਇੱਕ ਬੀਬੀ ਪਾਰਟੀ ਦਾ। ਸਿਮਰਨਜੀਤ ਮਾਨ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਨਾ, ਸ਼੍ਰੋਮਣੀ ਅਕਾਲੀ ਦਲ ਵੀ ਕਰਦਾ, ਤੁਹਾਨੂੰ ਲੱਗਦਾ ਇਕੱਠੇ ਹੋ ਕੇ ਚੋਣ ਲੜਨੀ ਚਾਹੀਦੀ ਸੀਗੀ? ਦੇਖੋ, ਮਾਨ ਸਾਹਿਬ ਨੂੰ ਸਾਡੇ ਬਜ਼ੁਰਗ ਨੇ, ਅਸੀਂ ਵੀ ਬੇਨਤੀ ਕੀਤੀ ਸੀ, ਵੀਰ ਜੀ ਰਾਜੋਆਣਾ ਜੀ ਨੇ ਵੀ ਬੇਨਤੀ ਕੀਤੀ ਸੀਗੀ, ਤੇ ਅਸੀਂ ਤਾਂ ਉਹਨਾਂ ਨੂੰ, ਮਾਨ ਸਾਹਿਬ ਜੀ ਤਾਂ ਮਹਿਲਾਂ 'ਚ ਬੈਠੇ ਨੇ, ਸਾਡੇ ਤਾਂ ਉਜੜੇ ਹੋਏ ਘਰ ਨੇ, ਬੰਦੀ ਸਿੰਘ ਪਰਿਵਾਰ 28 ਸਾਲ ਮੁਲਾਕਾਤ ਕਰਕੇ ਕੀ ਹਾਲਤ ਹੋ ਚੁੱਕੀ ਹੈ ਬੰਦੀ। ਪਰ ਮੈਂ ਇੱਥੇ ਕਹਾਂਗੀ ਕਿ ਮਾਨ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਸੀਗੇ, ਉਦੋਂ ਸਮੁੱਚੇ ਖਾਲਸਾ ਪੰਥ ਨੇ ਉਹਨਾਂ ਦਾ ਇਸੇ ਤਰ੍ਹਾਂ ਸਾਥ ਦਿੱਤਾ ਸੀਗਾ ਤੇ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਲਿਆਂਦਾ ਸੀ। ਅੱਜ ਬੰਦੀ ਸਿੰਘਾਂ ਦੇ ਲਈ ਇਹ ਸੰਘਰਸ਼ ਹੋ ਰਿਹਾ, ਤੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਵੀ ਇਹੀ ਸੀਗਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ 'ਚੋਂ ਹੋਵੇ, ਤਾਂ ਉਹਨਾਂ ਨੂੰ ਮਾਨ ਸਾਹਿਬ ਜੀ ਨੂੰ ਨਾਲ ਲਾਉਣਾ ਚਾਹੀਦਾ ਸੀਗਾ। ਅੱਜ ਤਾਂ ਮੈਂ ਮਾਨ ਸਾਹਿਬ ਜੀ ਦਾ ਇੱਕ ਬਿਆਨ ਪੜ੍ਹਿਆ ਥੋੜਾ ਟਾਈਮ ਪਹਿਲਾਂ ਹੀ ਪਾਇਆ ਹੋਇਆ। ਮਾਨ ਸਾਹਿਬ ਜੀ ਨੇ ਜਿਹੜਾ ਬੜਾ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਆ ਰਾਹੁਲ ਗਾਂਧੀ ਤੇ ਕਿ ਰਾਹੁਲ ਗਾਂਧੀ ਜੀ ਨੂੰ ਉਹ ਮਤਲਬ ਕਿ ਉਹਨਾਂ ਤੇ ਤਸ਼ੱਦਦ ਹੋ ਰਿਹਾਗਾ, ਉਹਨਾਂ ਦੀ ਪੁੱਛਗਿੱਛ ਹੋ ਰਹੀ ਆ, ਤਾਂ ਈਡੀ ਦੇ ਵੱਲੋਂ ਜਿਹੜੀ ਪੁੱਛਗਿੱਛ ਲਗਾਤਾਰ ਹਾਂ ਉਹਨਾਂ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾਗਾ। ਤਾਂ ਸਾਡੇ ਮਨ 'ਚ ਇਹ ਆਉਂਦਾਗਾ ਸਵਾਲ ਕਿ ਮਾਨ ਸਾਹਿਬ ਜੀ, ਤੁਸੀਂ ਉਸ ਰਾਹੁਲ ਗਾਂਧੀ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਕਰ ਰਹੇ ਹੋ ਜਿਨ੍ਹਾਂ ਦੇ ਮਤਲਬ ਪਰਿਵਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਕੀਤਾ ਸੀਗਾ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ, ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਜਿਹਦੇ ਕਰਕੇ ਅੱਜ ਸਾਡੇ ਬੰਦੀ ਸਿੰਘ ਜਿਹੜੇ ਨੇ 25 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ। ਕਿ ਮਾਨ ਸਾਹਿਬ ਜੀ ਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਮਨੁੱਖੀ ਅਧਿਕਾਰ ਨੇ ਸਾਡੇ ਬੰਦੀ ਸਿੰਘ ਵੀਰਾਂ ਦੇ? ਸਿਮਰਨਜੀਤ ਮਾਨ ਨੇ ਫਿਰ ਕੀ ਤਰਕ ਦਿੱਤਾ ਸੀ, ਕਿਉਂ ਨਹੀਂ ਨਾਲ ਚੱਲੇ? ਜੇਕਰ ਮੈਂ ਇੱਕ ਚੀਜ਼ ਇੱਥੇ ਕਹਾਂਗੀ, ਸਾਡੇ ਸਤਿਕਾਰਯੋਗ ਬਜ਼ੁਰਗ ਨੇ, ਉਹਨਾਂ ਨੇ ਇੱਕ ਵੀ ਮੁਲਾਕਾਤ, ਉਹ ਕਹਿੰਦੇ ਨੇ ਕਿ ਮੈਂ ਬੰਦੀ ਸਿੰਘਾਂ ਦਾ ਹਮਦਰਦ ਹਾਂ, ਮੈਂ ਬੰਦੀ ਸਿੰਘਾਂ ਦੇ ਲਈ ਲੜਾਈ ਲੜਦਾ। ਫਾਂਸੀ ਕੋਠੀ ਵਿੱਚ ਮੇਰੇ ਵੀਰ 15 ਸਾਲਾਂ ਤੋਂ ਬੈਠੇ ਨੇ, 28 ਸਾਲ ਹੋ ਗਏ ਪਟਿਆਲਾ ਜੇਲ੍ਹ ਦੇ ਵਿੱਚ। ਮਾਨ ਸਾਹਿਬ ਦੀ ਇੱਕ ਵੀ ਕੋਈ ਮੁਲਾਕਾਤ ਕੀਤੀ ਹੋਵੇ? ਕਦੇ ਮੁਲਾਕਾਤ ਨਹੀਂ ਕਦੇ ਮੁਲਾਕਾਤ ਨਹੀਂ ਕੀਤੀ। 28 ਸਾਲਾਂ ਦੇ ਵਿੱਚ 1 ਘੰਟੇ ਦੀ ਵੀਰ ਜੀ ਨੂੰ ਪੈਰੋਲ ਮਿਲੀ ਪਿਤਾ ਜੀ ਦੇ, ਸਾਡੇ ਦੇ ਅੰਤਿਮ ਅਰਦਾਸ ਦੇ ਵਿੱਚ। ਮਾਨ ਸਾਹਿਬ ਜੀ ਨੇ ਤਾਂ ਅਫਸੋਸ ਵੀ ਪ੍ਰਗਟ ਨਹੀਂ ਕੀਤਾ, ਕਦੇ ਸਾਡੇ ਪਰਿਵਾਰਾਂ ਦਾ ਹਾਲ ਵੀ ਨਹੀਂ ਪੁੱਛਿਆ। ਕੱਲੇ ਵੀਰ ਜੀ ਰਾਜੋਆਣਾ ਜੀ ਨੇ ਕਿਸੇ ਹੋਰ ਬੰਦੀ ਸਿੰਘ ਨਾਲ ਹੀ ਮੁਲਾਕਾਤ ਕੀਤੀ ਹੋਵੇ? ਕੋਈ ਮੁਲਾਕਾਤ ਨਹੀਂ ਕੀਤੀ। ਮਾਨ ਸਾਹਿਬ ਤਾਂ ਹੁਣ ਵੀ ਇਹ ਗੱਲ ਕਹਿ ਰਹੇ ਨੇ ਕਿ ਰਾਜਨੀਤੀ ਕਰ ਰਿਹਾ ਪੰਥ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ। ਕਹਿੰਦੇ ਜੀ ਹਮਦਰਦੀ ਇੰਨੀ ਹੈ ਤਾਂ ਕਹਿੰਦੇ ਜਿਹੜੇ ਬੰਦੀ ਸਿੰਘ ਆ ਕੋਈ ਉਹਨੂੰ ਪ੍ਰਧਾਨ ਬਣਾਓ ਪਾਰਟੀ ਦਾ। ਦੇਖੋ, ਇਹ ਤਾਂ ਰਾਜਨੀਤੀ, ਇਹੀ ਰਾਜਨੀਤੀ ਆ ਮਾਨ ਸਾਹਿਬ ਦੀ। ਉਹ ਕਹਿੰਦੇ ਜੇ ਨਹੀਂ ਹਮਦਰਦੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਪ੍ਰਧਾਨ ਬਣਾਓ। ਕਿ ਮਾਨ ਸਾਹਿਬ ਇੱਥੇ ਰਾਜਨੀਤੀ ਕਰ ਰਹੇ ਆ, ਇਹ ਬਿਆਨ ਦੇ ਕੇ ਰਾਜਨੀਤੀ ਕਰ ਰਹੇ ਆ। ਜਿਹੜਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਕੀਤਾ ਹੋਵੇ, ਆਦੇਸ਼ ਕੀਤਾ ਹੋਵੇ ਕੌਮ ਨੂੰ ਕਿ ਹੁਣ ਦੇਖੋ ਵੋਟਾਂ ਦੇ ਕਰਕੇ ਹੀ ਕੇਜਰੀਵਾਲ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਨਹੀਂ ਕਰ ਰਿਹਾ ਕਿ ਮੇਰੀਆਂ ਵੋਟ ਬੈਂਕ ਕਿਤੇ ਟੁੱਟ ਨਾ ਜਾਵੇ, ਕੇਂਦਰ ਸਰਕਾਰ ਰਿਹਾਈ ਨਹੀਂ ਕਰ ਰਿਹਾ ਕਿ ਸਾਡਾ ਵੋਟ ਬੈਂਕ ਕਿਤੇ ਖਰਾਬ ਨਾ ਹੋ ਜੇ, ਤਾਂ ਇਸ ਤਰੀਕੇ ਨਾਲ ਇੱਕੋ ਹੀ ਤਰੀਕਾ ਲੱਗਦਾ ਵੋਟ ਬੈਂਕ ਕਿਉਂ ਖਰਾਬ ਹੋਊਗਾ ਤੁਹਾਡੇ ਮਨ 'ਚ ਕੀ ਹੈ ਵੀ ਕਿਵੇਂ ਵੋਟ ਬੈਂਕ ਖਰਾਬ ਹੋ ਜਾਊਗਾ? ਅਗਰ ਦੇਖੋ ਰਿਹਾਈ ਨਾ ਕਰਨ ਦਾ ਹੋਰ ਕੋਈ ਕਾਰਨ ਨਹੀਂ, ਕਿਉਂਕਿ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਵੀਰ ਜੀ ਹੁਣੇ ਬੰਦੀ ਸਿੰਘ ਵੀਰ ਕੱਟ ਚੁੱਕੇ ਨੇ। ਔਰ ਫਿਰ ਸਿੱਖਾਂ ਦਾ ਕੋਈ ਇੱਕ ਵੀ ਕਾਤਲ ਤੁਸੀਂ ਦੱਸ ਦਿਓ ਜੋ 25-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੋਵੇ। ਫਿਰ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਹਨਾ ਪ੍ਰਕਾਸ਼ ਪੁਰਬ ਤੇ, ਕਦੇ ਕੇਂਦਰ ਦੇ ਕਿਸੇ ਮੰਤਰੀ ਨਾਲ ਗੱਲਬਾਤ ਹੋਈ ਹੈ ਕਿ ਕਦੋਂ ਉਹ ਜਾਰੀ ਹੋਊਗਾ, ਕਦੋਂ ਲਾਗੂ ਹੋਊਗਾ ਨੋਟੀਫਿਕੇਸ਼ਨ? ਸੁਪਰੀਮ ਉਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ 'ਚ ਅਪੀਲ ਪਾਈ ਆ ਕਿ ਫੈਸਲਾ ਹੋਵੇ। 6 ਵਾਰ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕਰਤੇ ਕਿ ਫੈਸਲਾ ਕਰੋ। ਉਸ ਨੋਟੀਫਿਕੇਸ਼ਨ ਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਤੁਸੀਂ ਜਾਰੀ ਕੀਤਾ ਸੀ, ਉਸ ਨੂੰ ਲਾਗੂ ਕਰੋ। 6 ਵਾਰ ਦੇ ਹੁਕਮਾਂ ਦੇ ਬਾਅਦ ਵੀ, ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਵੀ ਕੇਂਦਰ ਸਰਕਾਰ ਨੇ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ। ਵੀਰ ਜੀ ਰਾਜੋਆਣਾ ਜੀ ਦੇ ਕੇਸ ਦਾ ਫੈਸਲਾ ਨਹੀਂ ਕੀਤਾ ਸੀ। ਬੀਬੀ ਜੀ ਇੱਕ ਹੋਰ ਗੱਲ ਸਮਝਣਾ ਚਾਹਾਂਗੇ, 2014 ਦੇ ਵਿੱਚ ਵੀ ਤੁਸੀਂ ਲੋਕ ਸਭਾ ਚੋਣ ਲੜੀ ਸੀ ਪਟਿਆਲਾ ਤੋਂ, ਹਨਾ ਆਜ਼ਾਦ ਉਮੀਦਵਾਰ ਦੇ ਵਿੱਚ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡਾ ਸਾਥ ਕਿਉਂ ਨਹੀਂ ਦਿੱਤਾ ਸੀਗਾ? ਅਸੀਂ ਕਿਸੇ ਨਾਲ ਗੱਲ ਹੀ ਨਹੀਂ ਸੀ ਜੀ ਕੀਤੀ।
ਇਹੀ ਤਾਂ ਚੀਜ਼ ਆ ਕਿ ਉਸ ਟਾਈਮ ਤੇ ਅਸੀਂ ਨਾ ਤਾਂ ਕਿਸੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕੀਤੀ ਸੀ, ਨਾ ਹੀ ਸੰਤ ਸਮਾਜ ਦੇ ਨਾਲ ਕੀਤੀ ਸੀ, ਨਾ ਹੀ ਨਿਹੰਗ ਜਥੇਬੰਦੀਆਂ ਨਾਲ ਕੀਤੀ ਤੁਸੀਂ ਸੀ। ਆਪਣੇ ਤੌਰ ਤੇ ਆਜ਼ਾਦ ਖੜੇ ਹੋ ਗਏ ਸੀ। ਹਾਂਜੀ ਉਹ ਵੀ ਵੀਰ ਜੀ ਰਾਜੋਆਣਾ ਜੀ ਵੱਲੋਂ, ਉਦੋਂ ਵੀ ਵੀਰ ਜੀ ਰਾਜੋਆਣਾ ਜੀ ਦਾ ਹੀ ਸੀ। ਪਰ ਉਦੋਂ ਵੀ ਮੈਂ ਕਹਾਂਗੀ ਕਿ ਮਾਨ ਸਾਹਿਬ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਰਾਜਨੀਤੀ ਕਰ ਰਿਹਾ, ਤਾਂ ਮੈਂ ਕਹਾਂਗੀ ਜਦ ਅਸੀਂ ਆਜ਼ਾਦ ਖੜੇ ਸੀ ਮਾਨ ਸਾਹਿਬ ਨੇ ਸਾਡੇ ਵਿਰੁੱਧ ਬੰਦਾ ਖੜਾ ਕੀਤਾ ਸੀ ਆਪਦਾ ਜੀ। ਕਿਹੜੀਆਂ ਚੋਣਾਂ 14 ਦੀ ਗੱਲ? 14 ਦੇ ਵਿੱਚ ਵੀ ਮਾਨ ਸਾਹਿਬ ਜੀ ਨੂੰ ਤਾਂ ਉਦੋਂ ਵੀ ਫਿਰ ਬੰਦੀ ਸਿੰਘਾਂ ਦੇ ਨਾਲ ਹਮਦਰਦੀ ਨਹੀਂ, ਜੇ ਇਹ ਰਾਜਨੀਤੀ ਕਰਦੇ ਆ, ਚਲੋ ਰਾਜਨੀਤੀ ਕਰਦੇ ਆ ਮਾਨ ਸਾਹਿਬ ਜੀ, ਤੁਸੀਂ ਰਾਜਨੀਤੀ ਹੋਈ ਕਰ ਲਓ, ਤੁਸੀਂ ਬੰਦੀ ਸਿੰਘਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਮੰਨੋ। ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਆ, ਬੰਦੀ ਸਿੰਘ ਪਰਿਵਾਰ ਤਾਂ ਨਹੀਂ ਨਾ ਰਾਜਨੀਤੀ ਕਰ ਰਹੇ, ਸਾਡੇ ਉਜੜੇ ਹੋਏ ਜਿਹੜੇ ਘਰ ਆ ਉਹ ਤਾਂ ਨਹੀਂ ਨਾ ਰਾਜਨੀਤੀ ਕਰ ਰਹੇ, ਸਾਡੀਆਂ ਜਿਹੜੀਆਂ ਅਸੀਂ 28 ਸਾਲਾਂ 'ਚ ਆਪਣਾ ਘਰ-ਬਾਰ ਵੇਚਤਾ, ਜ਼ਮੀਨਾਂ ਵੇਚਤੀਆਂ, ਉਹ ਤਾਂ ਨਹੀਂ ਨਾ ਰਾਜਨੀਤੀ ਕਰ ਰਹੀਆਂ, ਸਾਡੇ ਘਰ ਦੀਆਂ ਕੰਧਾਂ ਤਾਂ ਨਹੀਂ ਨਾ ਰਾਜਨੀਤੀ ਕਰ ਰਹੀਆਂ। ਬੀਬੀ ਜੀ ਇੱਕ ਤੁਹਾਡਾ ਬਿਆਨ ਸੁਣਿਆ ਸੀ, ਬੜੀ ਭਾਵੁਕ ਅਪੀਲ ਤੁਸੀਂ ਇੱਕ ਘਰ ਤੋਂ ਕੀਤੀ ਹੋਈ ਸੀ, ਤੁਹਾਡੇ ਪਰਿਵਾਰ ਬਾਰੇ ਥੋੜਾ ਜਾਣਨਾ ਚਾਹਾਂਗੇ। ਤੁਸੀਂ ਹਮੇਸ਼ਾ ਗੱਲ ਕਰਦੇ ਹੋ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਹੜੀ ਸ਼ਹੀਦ ਹੋਈ ਸੀ, ਪਰਿਵਾਰ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਮੇਰੇ ਫਾਦਰ ਸਾਹਿਬ ਸਾਬਕਾ ਫੌਜੀ ਸੀਗੇ ਸੀ ਤੇ ਰਿਟਾਇਰਮੈਂਟ ਲੈ ਕੇ ਪਿੰਡ 'ਚ ਅਸੀਂ ਰਹਿਣ ਲੱਗੇ ਸੀ, ਸਾਡਾ ਹੱਸਦਾ ਵਸਦਾ ਪਰਿਵਾਰ ਸੀ। ਮੇਰਾ ਜਨਮ 77 ਦਾ, ਉਦੋਂ ਮੇਰੇ ਫਾਦਰ ਕੋਲੇ ਬੁਲਟ ਮੋਟਰਸਾਈਕਲ ਹੁੰਦਾ ਸੀ ਜੀ। ਸਾਡੇ ਮਤਲਬ ਸਾਰਿਆਂ ਨੂੰ ਬਹੁਤ ਵਧੀਆ ਸਾਡੇ ਫਾਦਰ ਸਾਹਿਬ ਨੇ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਸੀਗੀ ਸਾਨੂੰ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਦੌਰ ਸ਼ੁਰੂ ਹੋਇਆ ਕਿ ਘਰ ਘਰ ਤੋਂ ਸਿੱਖ ਨੌਜਵਾਨਾਂ ਨੂੰ ਚੱਕ ਮਾਰਿਆ ਜਾਂਦਾ। ਤੁਸੀਂ ਕਿਹੜੇ ਸਾਲ ਦੀ ਗੱਲ ਕਰਦੇ ਹੋ? ਇਹ ਮੈਂ 89 90 91 92 ਇਹ ਦੌਰ ਸੀ। ਇਹੀ ਚੀਜ਼ ਮੈਂ ਕਹਿੰਨੀ ਆ ਕਿ ਮਾਨ ਸਾਹਿਬ ਜੀ ਨੂੰ 89 ਦੇ ਵਿੱਚ ਪੂਰੇ ਖਾਲਸਾ ਪੰਥ ਨੇ ਸਪੋਰਟ ਕੀਤੀ ਸੀਗੀ, ਪਾਰਲੀਮੈਂਟ ਭੇਜਿਆ ਸੀ। ਜੇਕਰ ਮਾਨ ਸਾਹਿਬ ਸਾਡੇ ਸਿੱਖਾਂ ਦੇ ਦਰਦੀ ਹੁੰਦੇ ਤਾਂ ਪਾਰਲੀਮੈਂਟ 'ਚ ਸਾਡੇ ਸਿੱਖਾਂ ਦਾ ਦਰਦ ਰੱਖਦੇ ਤੇ ਸਾਡੇ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਅਣਪਛਾਤੇ ਕਰਾਰ ਦੇ ਕੇ ਮਾਰਿਆ ਨਾ ਜਾਂਦਾ। ਸਾਡੇ ਇੰਨੇ 18 ਸਾਲ ਦੇ ਮਤਲਬ ਸ਼ਹੀਦ ਨਾ ਕੀਤਾ ਜਾਂਦਾ ਘਰੋਂ ਚੁੱਕ ਕੇ। ਉਸ ਟਾਈਮ ਤੇ ਮਤਲਬ ਇਸ ਤਰ੍ਹਾਂ ਦੇ ਹਾਲਾਤ ਸੀ। ਮੇਰੇ ਭੈਣ ਜੀ ਨੂੰ ਵੀ ਘਰੇ ਆ ਕੇ ਸ਼ਹੀਦ ਕੀਤਾ, ਮੇਰੇ ਵੀਰ ਜੀ ਨੂੰ ਸ਼ਹੀਦ ਕੀਤਾ, ਲਾਸ਼ ਵੀ ਨਹੀਂ ਸੀ ਦਿੱਤੀ। ਇਕੱਲੇ ਸਾਡੇ ਹੀ ਪਰਿਵਾਰ ਨਹੀਂ ਸੀ, ਸਾਡੇ ਉੱਥੇ ਇੱਕ ਬਾਬਾ ਜੀ ਸੀਗੇ ਸੰਤ ਬਾਬਾ ਹਰਦਿਆਲ ਸਿੰਘ ਜੀ, ਉਹਨਾਂ ਦੀ ਬੇਟੀ ਨੂੰ 15 ਦਿਨ ਵਿਆਹ ਨੂੰ ਹੋਏ ਸੀ ਜੀ, ਬਾਬਾ ਜੀ ਨੂੰ ਵੀ ਸ਼ਹੀਦ ਕੀਤਾ, ਉਹਨਾਂ ਦੀ ਬੇਟੀ ਨੂੰ ਵੀ ਸ਼ਹੀਦ ਕੀਤਾ। ਇਸ ਤਰ੍ਹਾਂ ਦੇ ਹਾਲਾਤ ਸੀਗੇ। ਉਸ ਤੋਂ ਬਾਅਦ ਫਿਰ ਮੇਰੀ ਉਮਰ ਸਿਰਫ ਉਸ ਟਾਈਮ ਤੇ 15 ਸਾਲ ਦੀ ਸੀ। ਪਰਿਵਾਰ ਨੇ ਇੰਨਾ ਦੁੱਖ ਦਰਦ ਹੰਡਾਏ, ਸਾਡੇ ਨੇ ਸੰਤਾਪ ਹੰਡਾਇਆ। ਤੇ ਫਿਰ ਮਤਲਬ ਕਿ ਜਿਹੜੇ ਸਾਡੇ ਮੰਮੀ ਡੈਡੀ ਸੀਗੇ, ਵੀਰ ਜੀ ਦਾ ਰਾਜੋਆਣਾ ਜੀ ਦਾ ਗੋਲਡੀ ਵੀਰ ਜੀ ਨਾਲ ਬਹੁਤ ਪਿਆਰ ਸੀਗਾ। ਉਸ ਤੋਂ ਪਹਿਲਾਂ ਵੀ ਮੰਮੀ ਡੈਡੀ ਨੂੰ ਮਿਲਦੇ ਸੀ। ਤੁਹਾਡੇ ਜਿਹੜੇ ਰੀਅਲ ਬ੍ਰਦਰ ਸੀ ਗੋਲਡੀ? ਹਾਂਜੀ। ਤੇ ਉਹਦੇ ਨਾਲ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇੰਨਾ ਕੁ ਦੁੱਖ ਦਰਦ ਸੀ ਸਾਡੇ ਘਰ ਦੇ ਵਿੱਚ ਕਿ ਮੰਮੀ ਡੈਡੀ ਨੇ ਵੀਰ ਜੀ ਨੂੰ ਕਾਨੂੰਨੀ ਤੌਰ ਤੇ ਆਪਦਾ ਬੇਟਾ ਬਣਾ ਲਿਆ। ਤੇ ਉਸ ਤੋਂ ਬਾਅਦ ਫਿਰ ਮੰਮੀ ਡੈਡੀ ਸੀਗੇ ਜਿਹੜੇ ਵੀਰ ਜੀ ਨਾਲ ਮੁਲਾਕਾਤਾਂ ਕਰਦੇ ਸੀ, ਵੀਰ ਜੀ ਦੀ ਦੇਖਭਾਲ ਕਰਦੇ ਸੀਗੇ। ਹੁਣ ਇਹ ਆ ਕਿ ਮੰਮੀ ਡੈਡੀ ਵੀ ਅੜਿਕਦੇ ਚਲੇ ਗਏ। 28 ਸਾਲ ਦਾ ਜਿਹੜਾ ਵਕਤ ਆ, ਕੋਈ ਥੋੜਾ ਵਕਤ ਨਹੀਂ ਹੁੰਦਾ ਸੀ। ਜੀ। ਤੇ ਉਹ ਘਰ ਹਜੇ ਉਵੇਂ ਹੈ? ਹਾਂਜੀ, ਅਸੀਂ ਇਹੀ ਸੋਚਿਆ ਸੀ ਕਿ ਅਸੀਂ ਉਹਨਾਂ ਚਿਰ ਉਹ ਘਰ ਨਹੀਂ ਖੋਲਣਾ ਜਿੰਨਾ ਚਿਰ ਵੀਰ ਜੀ ਨਹੀਂ ਆਉਂਦੇ। ਤੇ ਵੀਰ ਜੀ ਦੀ ਇਹੀ ਇੱਛਾ ਗਈ ਕਿ ਉੱਥੇ ਮਤਲਬ ਇੱਕ ਯਾਦਗਾਰ ਬਣਾਉਣਗੇ ਤੇ ਆ ਕੇ ਉਸੇ ਘਰ ਦੇ ਵਿੱਚ ਰਹਿਣਗੇ। ਅੱਛਾ ਬੀਬੀ ਜੀ, ਕਿਵੇਂ ਅਗਰ ਤੁਸੀਂ ਜਿੱਤਦੇ ਹੋ, ਲੋਕ ਸਭਾ 'ਚ ਪਹੁੰਚਦੇ ਹੋ, ਤਾਂ ਕਿਸ ਤਰ੍ਹਾਂ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕਰੋਗੇ? ਕਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ, ਕੁਝ ਸਟ੍ਰੈਟਜੀ ਤਿਆਰ ਕੀਤੀ ਹੋਣੀ ਹੈ ਤੁਸੀਂ? ਦੇਖੋ, ਪਹਿਲਾਂ ਤਾਂ ਇਹ ਆ ਕਿ ਅਸੀਂ ਤਾਂ ਲੋਕਾਂ ਦੇ ਵਿੱਚ ਇੱਕ ਸੁਨੇਹਾ ਲੈ ਕੇ ਜਾ ਰਹੇ ਹਾਂ, ਇੱਕ ਹਲੇ ਤਾਂ ਸੰਘਰਸ਼ ਲੜ ਰਹੇ ਹਾਂ। ਫਿਰ ਸਾਡੀ ਤਾਂ ਸਾਰੀ ਕੋਸ਼ਿਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏਗੀ। ਸਾਡੇ ਜੋ ਫਰਜ਼ ਵੀਰਾਂ ਨੇ ਕੌਮ ਲਈ ਨਿਭਾਏ ਆ, ਉਹ ਉਹਨਾਂ ਦੇ ਪ੍ਰਤੀ ਅਸੀਂ ਫਰਜ਼ ਨਿਭਾਵਾਂਗੇ। ਬਾਕੀ ਜੋ ਵੀ ਮਤਲਬ ਕੌਮ ਦੇ ਮੁੱਦੇ ਬਹੁਤ ਸਾਰੇ ਨੇ, ਸਿੱਖ ਕੌਮ ਦੇ ਵੀ ਆ, ਪੰਜਾਬ ਦੇ ਮੁੱਦੇ ਵੀ ਬਹੁਤ ਸਾਰੇ ਨੇ, ਅਸੀਂ ਉਹਨਾਂ ਪ੍ਰਤੀ ਵੀ ਆਪਣੇ ਫਰਜ਼ ਨਿਭਾਵਾਂਗੇ। ਚਾਹੇ ਮੈਂ ਕੋਈ ਰਾਜਨੀਤਿਕ ਨਹੀਂ ਹੈਗੀ, ਕਿਉਂਕਿ ਮੈਂ ਤਾਂ ਇੱਕ ਬੰਦੀ ਸਿੰਘਾਂ ਦੇ ਪਰਿਵਾਰ ਚੋਂ ਆ। ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਸੀ, ਸਾਰੇ ਪਾਰਟੀਆਂ ਦਾ ਹੁਕਮ ਸੀਗਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਚੋਂ ਲੜਾ ਕੇ ਇੱਕ ਕੇਂਦਰ ਨੂੰ ਸੁਨੇਹਾ ਦਿੱਤਾ ਜਾਵੇ। ਇੱਕ ਕੋਸ਼ਿਸ਼ ਹੈ ਸਾਡੀ ਤਾਂ ਜੀ। ਇੱਕ ਚੋਣ ਕਮਿਸ਼ਨ ਨੇ ਤੁਹਾਡੇ ਪੋਸਟਰ ਤੇ ਵੀ ਇਤਰਾਜ਼ ਲਗਾਇਆ ਸੀਗਾ, ਹਾਲਾਂਕਿ ਉਹ 'ਚ ਤੁਹਾਡੀ ਫੋਟੋ ਸੀ, ਇੱਕ ਰਾਜੋਆਣਾ ਜੀ ਦੀ ਫੋਟੋ ਸੀ। ਇਹੀ ਤਾਂ ਚੀਜ਼ ਹੈ ਜੀ ਕਿ ਮਤਲਬ ਜੇਕਰ ਵੀਰ ਜੀ ਨੂੰ ਫਾਂਸੀ ਦੀ ਸਜ਼ਾ ਗਈ ਤਾਂ ਉਹੀ ਅਸੀਂ ਮਤਲਬ ਆਪਣੀ ਖਾਲਸਾ ਪੰਥ ਨੂੰ, ਆਪਣੇ ਸਾਰੇ ਧਰਮਾਂ ਵਰਗਾਂ ਕੋਲ ਜਾਵਾਂਗੇ ਦੱਸਣ ਲਈ। ਤੇ ਕਿਉਂਕਿ ਵੀਰ ਜੀ ਹੁਣੇ ਕੋਈ ਧਰਮ ਜਾਤ ਪਾਤ ਤੇ ਤਾਂ ਉਹਨਾਂ ਨੇ ਖਿਲਾਫ ਨਹੀਂ ਸੀਗੇ, ਸਾਡੇ ਗੁਰੂ ਸਾਹਿਬ ਤਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਨੇ। ਤੇ ਇਹ ਮਤਲਬ ਜਿਹੜਾ ਰੋਕਣਾਗਾ ਇੱਕ ਮਤਲਬ ਕਿ ਲੋਕਾਂ ਤੱਕ ਸੁਨੇਹਾ ਨਾ ਪਹੁੰਚੇ, ਮੈਂ ਤਾਂ ਇਸ ਨੂੰ ਇਹੀ ਸਮਝਦੀ ਹਾਂ। ਅਸੀਂ ਲੋਕਾਂ ਤੱਕ ਵੱਧ ਤੋਂ ਵੱਧ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਸਾਰੇ ਸਾਡਾ ਸਾਥ ਦੇਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਤੇ ਲੋਕਾਂ ਤੱਕ ਸੁਨੇਹਾ ਨਾ ਪਹੁੰਚਣ ਦੇਣਾ ਹੀ ਮਤਲਬ ਇਹ ਉਹਨਾਂ ਦੀ ਕਾਰਵਾਈ। ਜਿੰਦਾ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਗਿਆ ਸੀ, ਨਾਮ ਦਿੱਤਾ ਗਿਆ ਸੀ, ਕਦੋਂ ਦਿੱਤਾ ਗਿਆ ਸੀਗਾ ਭਾਈ ਸਾਹਿਬ? 2012 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਤੋਂ ਵੀਰ ਜੀ ਨੂੰ ਇਹ ਸਨਮਾਨ ਕੀਤਾ ਗਿਆ ਸੀ ਜੀ। ਆਖਰੀ ਸਵਾਲ ਬੀਬੀ ਜੀ ਮੈਂ ਤੁਹਾਡਾ ਕਰੂੰਗੀ, ਮੁਕਾਬਲਾ ਕਿਸ ਨੂੰ ਮੰਨਦੇ? ਕਿਉਂਕਿ ਅੱਗੇ ਦਿੱਗਜ ਹੈਗੇ ਨੇ, ਤੁਸੀਂ ਦੂਜੀ ਵਾਰ ਚੋਣ ਲੜ ਰਹੇ ਹੋ ਨਾ, ਦਿੱਗਜ ਬੈਠੇ ਨੇ।
ਦੇਖੋ ਆਪਾਂ ਤਾਂ ਗੁਰੂ ਸਾਹਿਬ ਜੀ ਦੇ ਓਟ ਆਸਰੇ ਨਾਲ ਇੱਕ ਲੜਾਈ ਲੜ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਕੌਮ ਨੂੰ ਇੱਕ ਸੁਨੇਹਾ ਲੈ ਕੇ ਜਾ ਰਹੇ ਹਾਂ ਤੇ ਕੌਮ ਤੋਂ ਆਸ ਕਰਦੇ ਹਾਂ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਤੋਂ ਕਿ ਇਸ ਬੇਇਨਸਾਫੀ ਦੇ ਖਿਲਾਫ ਕੌਮ ਸਾਡੇ ਨਾਲ ਖੜੇਗੀ, ਸਾਰੇ ਧਰਮਾਂ ਵਰਗਾਂ ਦੇ ਲੋਕ ਸਾਡਾ ਸਾਥ ਦੇਣਗੇ। ਧੰਨਵਾਦ ਜੀ ਗੱਲ ਕਰਨ। ਸੋ ਇਹ ਸਨ ਜੀ ਬੀਬੀ ਕਮਲਦੀਪ ਕੌਰ ਰਾਜੋਆਣਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਸੰਗਰੂਰ ਜ਼ਿਮਨੀ ਚੋਣ ਲੜਨ ਜਾ ਰਹੇ ਨੇ ਤੇ ਕਹਿ ਰਹੇ ਨੇ ਕਿ ਇੱਕ ਕੌਮ ਨੂੰ ਜਿਹੜਾ ਸੁਨੇਹਾ ਦੇਣ ਜਾ ਰਹੇ ਹਨ ਤਾਂ ਕਿ ਬੰਦੀ ਸਿੰਘ ਜਲਦੀ ਤੋਂ ਜਲਦੀ ਰਿਹਾ ਹੋ ਕੇ ਆਪਣੇ ਘਰ ਪਰਤ ਸਕਣ। ਫਿਲਹਾਲ ਕੈਮਰਾਮੈਨ ਵਿਨੇ ਦੇ ਨਾਲ ਕਮਲਦੀਪ ਕੌਰ ਧੂਰੀ।